परमेश्वर ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਸ਼ਾਮ ਦੇ ਸਮੇਂ ਵਿੱਚ ਆਪਾਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ। ਆਓ ਅੱਜ ਦੇ ਦਿਨ ਦੀ ਕਿਰਪਾ ਦੇ ਲਈ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ। ਹਾਲੇਲੂਇਆ 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 ਹਾਲੇਲੂਇਆ। ਧੰਨਵਾਦ 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 ਪਿਤਾ ਪਰਮੇਸ਼ਰ ਮਸੀਹ ਨਾਸਰੀ ਤੁਹਾਡਾ ਧੰਨਵਾਦ ਕਰਦੇ ਹਾਂ। ਤੁਹਾਡਾ ਸ਼ੁਕਰ ਕਰਦੇ ਮੇਰੇ ਪ੍ਰਭੂ ਜੀ ਅੱਜ ਦੇ ਇਸ ਦਿਨ ਦੀ ਕਿਰਪਾ ਦੇ ਲਈ ਮੇਰੇ ਪਿਤਾ ਪਰਮੇਸ਼ਰ। ਦਿਨ ਭਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ। ਸਾਡੇ ਆਉਣ ਜਾਣ ਵਿੱਚ ਸਾਡੀ ਮਦਦ ਤੇ ਸਹਾਇਤਾ ਕੀਤੀ, ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ। ਤੁਹਾਡੇ ਪਵਿੱਤਰ ਸਵਰਗਦੂਤਾਂ ਨੇ ਸਾਡੀ ਰਾਖੀ ਕੀਤੀ ਮੇਰੇ ਪਿਤਾ ਪਰਮੇਸ਼ਰ। ਸਾਡੇ ਰਾਸਤੇ ਨੂੰ ਸਿੱਧਾ ਕੀਤਾ ਮੇਰੇ ਪ੍ਰਭੂ ਜੀ। ਸਾਰੀਆਂ ਉਲਝਣਾਂ ਪਰੇਸ਼ਾਨੀਆਂ ਮੁਸ਼ਕਿਲਾਂ ਬਿਮਾਰੀਆਂ ਤੋਂ ਸਾਨੂੰ ਬਚਾ ਕੇ ਰੱਖਿਆ, ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਅਸੀਂ ਸ਼ਾਮ ਦੇ ਸਮੇਂ ਵਿੱਚ ਤੁਹਾਡੀ ਹਜ਼ੂਰੀ ਵਿੱਚ ਇਕੱਠੇ ਹੁੰਦੇ ਹਾਂ ਮੇਰੇ ਪਿਤਾ। ਤੁਹਾਡੇ ਪਾਕ ਵਚਨ ਨੂੰ ਪੜ੍ਹਨ ਔਰ ਸੁਣਨ ਦੇ ਲਈ ਜਾ ਰਹੇ ਮੇਰੇ ਪ੍ਰਭੂ ਜੀ। ਸਾਡੀ ਮਦਦ ਕਰਨਾ ਮੇਰੇ ਪਿਤਾ ਕਿ ਦਿੱਤਾ ਹੋਇਆ ਅੱਜ ਦਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮ੍ਹਾਂ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਔਰ ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ ਸਾਡੇ ਕੋਲੋਂ ਚੁਰਾ ਨਾ ਪਾਵੇ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ, ਆਮੇਨ। ਅੱਜ ਆਪਾਂ ਪਰਮੇਸ਼ਰ ਦੇ ਵਚਨ 'ਚ ਜਾਣਾਂਗੇ। ਪਹਿਲਾ ਤਿਮੋਥੇਉਸ ਉਹਦੇ 6 ਨੰਬਰ ਅਧਿਆਇ ਦੀ 3 ਔਰ 4 ਨੰਬਰ ਆਇਤ ਨੂੰ। ਜੇ ਕੋਈ ਹੋਰ ਤਰ੍ਹਾਂ ਦੀ ਸਿੱਖਿਆ ਦਿੰਦਾ ਹੈ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੀਆਂ ਖਰੀਆਂ ਗੱਲਾਂ ਨੂੰ ਅਤੇ ਉਸ ਸਿੱਖਿਆ ਨੂੰ ਜੋ ਭਗਤੀ ਦੇ ਅਨੁਸਾਰ ਹੈ ਨਹੀਂ ਮੰਨਦਾ, ਤਾਂ ਉਹ ਹੰਕਾਰਿਆ ਹੋਇਆ ਹੈ ਅਤੇ ਉਹ ਕੁਝ ਨਹੀਂ ਜਾਣਦਾ, ਸਗੋਂ ਉਸ ਨੂੰ ਵਿਵਾਦਾਂ ਦੇ ਸ਼ਬਦਾਂ ਦੇ ਹੇਰ ਫੇਰ ਦੀ ਬਿਮਾਰੀ ਲੱਗੀ ਹੋਈ ਹੈ, ਜਿਸ ਕਰਕੇ ਖਾਰ, ਝਗੜਾ, ਕੁਫਰ, ਗੰਦੇ ਬੋਲ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ? ਕਹਿੰਦੇ ਕਿ ਜਿਹੜਾ ਪਰਮੇਸ਼ਰ ਦਾ ਦਾਸ ਆ, ਇੱਥੇ ਪਰਮੇਸ਼ਰ ਦੇ ਦਾਸਾਂ ਦੇ ਲਈ ਬਾਰੇ ਗੱਲ ਹੋ ਰਹੀ ਆ ਔਰ ਹਰ ਇੱਕ ਉਸ ਪਰਸਨ ਦੇ ਲਈ ਗੱਲ ਹੋ ਰਹੀ ਆ ਜਿਹੜਾ ਪਰਮੇਸ਼ਰ ਦੇ ਨਾਮ ਨੂੰ ਲੈ ਕੇ ਭਗਤੀ ਦੇ ਲਈ ਪ੍ਰਚਾਰ ਕਰਦਾ ਆ ਔਰ ਉਹਨੂੰ ਗਲਤ ਤਰੀਕੇ ਨਾਲ ਡਿਸਕ੍ਰਾਈਬ ਕਰਦਾ ਆ। ਕੀ ਕਹਿੰਦੇ ਕਿ ਜਿਹੜੀ ਸਿੱਖਿਆ ਸਾਡੇ ਪ੍ਰਭੂ ਯਿਸੂ ਮਸੀਹ ਨੇ ਦਿੱਤੀ, ਉਸ ਸਿੱਖਿਆ ਨੂੰ ਕਹਿੰਦੇ ਹੇਰ ਫੇਰ ਦੇ ਨਾਲ, ਕਿਉਂਕਿ ਉਹਨੂੰ ਵਾਦ ਵਿਵਾਦ ਔਰ ਸ਼ਬਦਾਂ ਦੀ ਹੇਰ ਫੇਰ ਕਰਨ ਦੀ ਬਿਮਾਰੀ ਲੱਗੀ ਆ, ਉਹਨਾਂ ਸ਼ਬਦਾਂ ਨੂੰ ਘੁਮਾ ਫਿਰਾ ਕੇ ਸਾਡੇ ਸਾਹਮਣੇ ਪ੍ਰੈਜ਼ੈਂਟ ਕਰਦਾ। ਉਹਦੀ ਜਿਹੜੀ ਸਹੀ ਡਿਸਕ੍ਰਿਪਸ਼ਨ ਆ ਜਾਂ ਜੋ ਸਹੀ ਗੱਲ ਆ ਜੋ ਕਹਿਣੀ ਚਾਹੀਦੀ ਆ ਉਸ ਵਚਨ ਦੇ ਦੁਆਰਾ, ਉਸ ਗੱਲ ਨੂੰ ਉਹ ਡਿਸਕ੍ਰਾਈਬ ਨਹੀਂ ਕਰਦਾ। ਕਹਿੰਦੇ ਜਿਹੜੀਆਂ ਖਰੀਆਂ ਗੱਲਾਂ ਔਰ ਜੋ ਭਗਤੀ ਦੀ ਸਿੱਖਿਆ ਸਾਡੇ ਪ੍ਰਭੂ ਯਿਸੂ ਮਸੀਹ ਨੇ ਦਿੱਤੀ ਸੀ, ਉਹ ਸਿੱਖਿਆ ਉਹ ਨਹੀਂ ਦਿੰਦਾ। ਉਹ ਕੀ ਕਰਦਾ? ਉਹ ਹੰਕਾਰਿਆ ਹੋਇਆ ਇਨਸਾਨ ਆ, ਪਰ ਉਹ ਕੁਝ ਵੀ ਨਹੀਂ ਜਾਣਦਾ ਕਿ ਪਰਮੇਸ਼ਰ ਦੇ ਆਤਮਿਕ ਉਸ ਵਚਨਾਂ ਦਾ ਆਤਮਿਕ ਮਤਲਬ ਕੀ ਆ। ਉਹ ਕੀ ਕਰਦਾ? ਉਹਨਾਂ ਵਚਨਾਂ ਨੂੰ ਤੋੜ ਮਰੋੜਦਾ ਆ ਔਰ ਖਾਰ ਪੈਦਾ ਕਰ ਦਿੰਦਾ, ਝਗੜੇ ਪੈਦਾ ਕਰ ਦਿੰਦਾ ਆ ਆਪਸ ਵਿੱਚ। ਪਰ ਕੀ ਕਹਿੰਦੇ? ਜਿਹੜੀ ਸਹੀ ਸਿੱਖਿਆ ਆ ਉਹਦੇ ਅਨੁਸਾਰ ਨਹੀਂ ਚੱਲਦਾ ਔਰ ਨਾ ਹੀ ਉਹਨੂੰ ਮੰਨਦਾ ਆ, ਨਾ ਹੀ ਉਹ ਚੀਜ਼ਾਂ ਕਿਸੇ ਨੂੰ ਦੱਸਦਾ ਜਿਹੜੀਆਂ ਖਰੀਆਂ ਗੱਲਾਂ ਆ। ਖਰੀਆਂ ਗੱਲਾਂ ਪਰਮੇਸ਼ਰ ਦੀਆਂ ਕਈ ਅਜਿਹੀਆਂ ਗੱਲਾਂ ਆ ਜਿਨ੍ਹਾਂ ਨੂੰ ਬਹੁਤ ਸਾਰੇ ਦਾਸਾਂ ਨੇ ਮੋਲਡ ਕਰ ਲਿਆ, ਆਪਣੇ ਹਿਸਾਬ ਦੇ ਨਾਲ ਮੋੜ ਲਿਆ, ਆਪਣੇ ਹਿਸਾਬ ਦੇ ਨਾਲ ਉਸ ਵਚਨ ਨੂੰ ਦੱਸਣ ਲੱਗ ਗਏ ਔਰ ਲੋਕ ਉਹਨਾਂ ਦੀਆਂ ਗੱਲਾਂ ਵਿੱਚ ਆ ਗਏ ਕਿਉਂਕਿ ਉਹਨਾਂ ਨੂੰ ਵਚਨਾਂ ਦੇ ਨਾਲ ਹੇਰ ਫੇਰ ਕਰਨ ਦੀ ਬਿਮਾਰੀ ਲੱਗੀ ਹੋਈ ਸੀ। ਉਹਨਾਂ ਨੇ ਭੋਲੇ ਭਾਲੇ ਲੋਕਾਂ ਨੂੰ, ਗਰੀਬ ਅਤੇ ਮਾਸੂਮ ਲੋਕਾਂ ਨੂੰ ਲੁੱਟਿਆ ਖਾਇਆ। ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਵਚਨ ਨੂੰ ਤੋੜਿਆ ਔਰ ਵਚਨ ਦਾ ਇਸਤੇਮਾਲ ਕੀਤਾ। ਨੈਕਸਟ ਆਪਾਂ ਵਚਨ 'ਚ ਦੇਖਾਂਗੇ ਪਹਿਲਾ ਤਿਮੋਥੇਉਸ ਉਹਦੇ 6 ਨੰਬਰ ਅਧਿਆਇ ਦੀ 5 ਤੋਂ ਲੈ ਕੇ 7 ਨੰਬਰ ਆਇਤ ਤੱਕ। ਅਤੇ ਬੁਰੇ ਸ਼ੱਕ ਉਹਨਾਂ ਮਨੁੱਖਾਂ ਵਿੱਚ ਹੁੰਦੇ ਹਨ ਜਿਨ੍ਹਾਂ ਦੀ ਬੁੱਧ ਵਿਗੜੀ ਹੋਈ ਹੈ ਅਤੇ ਜਿਨ੍ਹਾਂ ਕੋਲੋਂ ਸੱਚਾਈ ਜਾਂਦੀ ਰਹੀ। ਉਹ ਭਗਤੀ ਨੂੰ ਕਮਾਈ ਦਾ ਵਸੀਲਾ ਸਮਝਦੇ ਹਨ, ਪਰ ਸੰਤੋਖ ਨਾਲ ਭਗਤੀ ਅਸਲ ਵਿੱਚ ਵੱਡੀ ਕਮਾਈ ਹੈ, ਕਿਉਂ ਜੋ ਅਸੀਂ ਸੰਸਾਰ ਵਿੱਚ ਕੁਝ ਨਹੀਂ ਲਿਆਂਦਾ ਅਤੇ ਨਾ ਹੀ ਅਸੀਂ ਉਸ ਵਿੱਚੋਂ ਕੁਝ ਲੈ ਜਾ ਸਕਦੇ ਹਾਂ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ? ਕਹਿੰਦੇ ਉਹਨਾਂ ਮਨੁੱਖਾਂ ਦੀ ਬੁੱਧ ਵਿਗੜੀ ਹੋਈ ਹੈ ਕਿਉਂਕਿ ਉਹਨਾਂ ਨੇ ਭਗਤੀ ਨੂੰ ਇੱਕ ਕਮਾਈ ਦਾ ਸਾਧਨ ਬਣਾਇਆ। ਬਹੁਤ ਸਾਰੇ ਪਰਮੇਸ਼ਰ ਦੇ ਦਾਸ ਇੱਦਾਂ ਦੇ ਆ ਜਿਹੜੇ ਆਪਣੇ ਆਪ ਦੇ ਲਈ ਇੱਕ ਪੱਕੀ ਫੀਸ ਲਗਾਉਂਦੇ ਆ ਲੇ ਹੈਂਡ ਦੇ ਲਈ, ਜਾਂ ਫਿਰ ਅਨੋਇੰਟਿੰਗ ਆਇਲ ਨੂੰ ਵੇਚਦੇ ਆ, ਉਸ ਪਵਿੱਤਰ ਲਹੂ ਨੂੰ ਉਹ ਵੇਚਦੇ ਆ। ਪਰ ਇਹ ਕੀ ਇੱਕ ਕਮਾਈ ਦਾ ਸਾਧਨ ਆ, ਸਿਰਫ ਕਮਾਈ ਦਾ ਸਾਧਨ ਆ ਕਿਉਂਕਿ ਉਹਨਾਂ ਦੀ ਬੁੱਧ ਵਿਗੜੀ ਹੋਈ ਆ। ਕਿਉਂਕਿ ਪਰਮੇਸ਼ਰ ਦਾ ਲਹੂ ਵਿਕਾਊ ਨਹੀਂ ਹੈਗਾ। ਜੇ ਅਸੀਂ ਮੁੱਲ ਖਰੀਦ ਸਕਦੇ ਹੁੰਦੇ ਤਾਂ ਸਾਡੇ ਪਿਤਾ ਨੂੰ ਕਦੇ ਵੀ ਉਸ ਲਹੂ ਨੂੰ ਵਹਾਉਣ ਦੀ ਜ਼ਰੂਰਤ ਨਾ ਪੈਂਦੀ, ਕਦੇ ਵੀ ਆਪਣੀ ਜਾਨ ਨੂੰ ਸਾਡੇ ਲਈ ਸੂਲੀ 'ਤੇ ਕੁਰਬਾਨ ਕਰਨ ਦੀ ਜ਼ਰੂਰਤ ਨਾ ਪੈਂਦੀ, ਕਿਉਂਕਿ ਉਹਨੂੰ ਜਾਣਦਾ ਸੀ ਕਿ ਇਹ ਸਭ ਕੁਝ ਖਰੀਦ ਸਕਦੇ ਆ। ਪਰ ਇਨਸਾਨ ਪੈਸੇ ਦੇ ਨਾਲ ਕੁਝ ਨਹੀਂ ਖਰੀਦ ਸਕਦਾ। ਸਾਮਰਥ ਔਰ ਮਸਾ ਪਰਮੇਸ਼ਰ ਦਾ ਵਿਕਾਊ ਨਹੀਂ ਹੈਗਾ, ਪਰਮੇਸ਼ਰ ਦਾ ਲਹੂ ਵਿਕਾਊ ਨਹੀਂ ਹੈਗਾ। ਉਹਨਾਂ ਨੇ ਸਾਡੇ ਲਈ ਉਹ ਵਹਾਇਆ ਸੀ ਔਰ ਉਹ ਸਾਨੂੰ ਫ੍ਰੀ ਵਿੱਚ ਦਿੱਤਾ ਸੀ। ਉਹਦੇ ਬਦਲੇ ਸਾਡੇ ਤੋਂ ਕੁਝ ਲਿਆ ਨਹੀਂ ਸੀ, ਬਲਕਿ ਸਾਨੂੰ ਦਿੱਤਾ ਹੀ ਸੀਗਾ। ਇੱਕ ਤਾਂ ਉਹ ਲਹੂ ਉਹਨੇ ਸਾਨੂੰ ਦਿੱਤਾ ਸੀ ਜਿਹਦੇ ਵਸੀਲੇ ਅੱਜ ਤੱਕ ਅਸੀਂ ਬਚੇ ਹੋਏ ਹਾਂ, ਔਰ ਇੱਕ ਉਹਨਾਂ ਨੇ ਸਾਡੇ ਪਾਪਾਂ, ਗਲਤੀਆਂ, ਗੁਨਾਹਾਂ ਤੋਂ ਸਾਨੂੰ ਮਾਫੀ ਦਿੱਤੀ ਸੀ। ਅਤੇ ਜੇ ਉਹ ਸਾਨੂੰ ਨਾ ਦਿੱਤੀ ਜਾਂਦੀ ਤੇ ਅਸੀਂ ਕਦੋਂ ਦੇ ਨਾਸ਼ ਹੋ ਗਏ ਹੁੰਦੇ। ਹਾਲੇਲੂਇਆ। ਪਰ ਕਹਿੰਦੇ ਇਹ ਲੋਕ ਜਿਹੜੇ
ਬੁਰੀ ਅਤੇ ਵਿਗੜੀ ਹੋਈ ਬੁੱਧ ਵਾਲੇ ਆ। ਇਹਨਾਂ ਕੋਲ ਸੱਚਾਈ ਨਹੀਂ ਹੈਗੀ ਔਰ ਨਾ ਹੀ ਇਹ ਸੱਚਾਈ ਦੇ ਵਚਨ ਨੂੰ ਜਾਣਦੇ ਆ, ਨਾ ਹੀ ਉਸ ਭਗਤੀ ਨੂੰ ਜਾਣਦੇ ਆ। ਇਹਨਾਂ ਨੇ ਸਿਰਫ ਭਗਤੀ ਨੂੰ ਇੱਕ ਕਮਾਈ ਦਾ ਸਾਧਨ ਬਣਾਇਆ ਆ। ਕਹਿੰਦੇ ਇਸ ਨਾਸ਼ਵੰਤ ਸੰਸਾਰ ਦੀ ਕਮਾਈ ਕਰਨ ਦਾ ਕੋਈ ਫਾਇਦਾ ਨਹੀਂ, ਕਿਉਂਕਿ ਭਗਤੀ ਹੀ ਅਸਲ ਵਿੱਚ ਸਭ ਤੋਂ ਵੱਡੀ ਕਮਾਈ ਆ। ਹਾਲੇਲੂਇਆ। ਪਰਮੇਸ਼ਰ ਦੀ ਭਗਤੀ ਸਾਡੇ ਲਈ ਸਭ ਤੋਂ ਮਹਿੰਗੀ ਚੀਜ਼ ਆ, ਸਭ ਤੋਂ ਅਨਮੋਲ ਚੀਜ਼ ਹੈ ਜਿਹਦਾ ਕੋਈ ਮੁੱਲ ਨਹੀਂ ਹੈਗਾ। ਅਗਰ ਸਾਡੇ ਕੋਲੇ ਭਗਤੀ ਹੈ ਨਾ ਤੇ ਅਸੀਂ ਬਹੁਤ ਅਮੀਰ ਹਾਂ। ਸਾਨੂੰ ਇਸ ਜਗਤ ਦਾ ਨਾਸ਼ਵੰਤ ਧਨ ਇਕੱਠਾ ਕਰਨ ਦੀ ਜ਼ਰੂਰਤ ਨਹੀਂ ਹੈਗੀ। ਸਾਡੇ ਪਿਤਾ ਨੇ ਇਸ ਧਨ ਨੂੰ ਪ੍ਰੇਮ ਨਹੀਂ ਸੀ ਕੀਤਾ। ਸਾਡੇ ਪਰਮੇਸ਼ਰ ਨੇ ਕਿਸੇ ਵੀ ਜਗ੍ਹਾ 'ਤੇ ਪੈਸੇ ਨੂੰ ਪ੍ਰਮੋਟ ਨਹੀਂ ਸੀ ਕੀਤਾ। ਉਹਨਾਂ ਨੇ ਕੀ ਕਿਹਾ ਸੀ ਕਿ ਤੁਹਾਨੂੰ ਫ੍ਰੀ ਵਿੱਚ ਮਿਲਿਆ ਔਰ ਫ੍ਰੀ ਵਿੱਚ ਹੀ ਦਿਓ। ਉਹਨਾਂ ਨੇ ਕਦੇ ਵੀ ਆਪਣੇ ਦਾਸ ਨੂੰ ਇਹ ਨਹੀਂ ਕਿਹਾ ਸੀ। ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਸੀ ਕਿ ਤੁਸੀਂ ਜਿੱਥੇ ਜਾਓਗੇ ਉਹ ਕੰਮ ਆਪਣੇ ਦਿਹਾੜੀ ਦਾ ਹੱਕਦਾਰ ਆ, ਪਰ ਉਹਨਾਂ ਨੇ ਇਹ ਨਹੀਂ ਕਿਹਾ ਸੀ ਕਿ ਉਸ ਦਿਹਾੜੀ ਦੇ ਨਾਂ 'ਤੇ ਤੁਸੀਂ ਲੋਕਾਂ ਨੂੰ ਲੁੱਟਣਾ ਆ, ਤੁਸੀਂ ਠੱਗਣਾ ਨਹੀਂ ਹੈਗਾ। ਉਹਨਾਂ ਨੇ ਕੀ ਕਿਹਾ ਕਿ ਜੋ ਕੋਈ ਆਪਣੇ ਦਿਲ ਦੇ ਨਾਲ, ਆਪਣੀ ਨੇਚਰ ਦੇ ਨਾਲ, ਆਪਣੀ ਥੋੜ੍ਹ ਵਿੱਚੋਂ ਦਾਨ ਕਰੇ ਉਹਦੇ ਲਈ ਮਹਾਦਾਨ ਹੋਊਗਾ ਔਰ ਉਹੀ ਤੁਹਾਡਾ ਉਸ ਦਿਨ ਦੀ ਦਿਹਾੜੀ ਹੋਊਗੀ। ਪਰ ਉਹਨਾਂ ਨੇ ਕਦੇ ਵੀ ਇਹ ਗੱਲ ਨਹੀਂ ਕਹੀ ਸੀ ਕਿ ਜੇ ਮੈਂ ਤੁਹਾਨੂੰ ਇਹ ਗੱਲ ਕਹੀ ਆ ਕਿ ਕੰਮ ਆਪਣੀ ਦਿਹਾੜੀ ਦਾ ਹੱਕਦਾਰ ਹੈ ਤਾਂ ਤੁਸੀਂ ਮੂੰਹੋਂ ਮੰਗ ਕੇ ਆਪਣੀ ਦਿਹਾੜੀ ਲੈਣੀ ਆ, ਜਾਂ ਇੱਕ ਫਿਕਸ ਉਹ ਚੀਜ਼ ਦਾ ਅਮਾਊਂਟ ਰੱਖਣਾ ਆ ਕਿ ਇਸ ਚੀਜ਼ ਦਾ ਇੰਨਾ ਅਮਾਊਂਟ ਆ। ਉਹਨਾਂ ਕਿਹਾ ਕਿ ਤੂੰ ਫਿਕਰ ਨਹੀਂ ਕਰਨੀ, ਮੈਂ ਬੈਠਾ ਤੇਰੀ ਫਿਕਰ ਕਰਨ ਦੇ ਲਈ। ਤੈਨੂੰ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਆ ਉਹ ਤੈਨੂੰ ਉਸ ਫੈਮਿਲੀ ਵਿੱਚੋਂ ਜਿੱਥੇ ਤੂੰ ਜਾਏਗਾ ਤੈਨੂੰ ਦਿੱਤੀਆਂ ਜਾਣਗੀਆਂ। ਜੋ ਆਪਣੀ ਖੁਸ਼ੀ ਨਾਲ ਦੇਵੇਗਾ, ਉਹਨੇ ਇਹ ਨਹੀਂ ਕਿਹਾ ਸੀ ਕਿ ਤੂੰ ਮੰਗਣਾ ਹੈ ਉੱਥੇ ਜਾ ਕੇ, ਉਹ ਕਹਿੰਦਾ ਤੈਨੂੰ ਦਿੱਤੀਆਂ ਜਾਣਗੀਆਂ। ਔਰ ਉਹਨਾਂ ਨੇ ਕਦੇ ਵੀ ਇਹ ਨਹੀਂ ਕਿਹਾ ਸੀ ਕਿ ਮੇਰੇ ਲਹੂ ਦੇ ਨਾਂ 'ਤੇ ਤੁਸੀਂ ਵਪਾਰ ਕਰਨਾ ਆ, ਉਹਨੂੰ ਵੇਚਣਾ ਆ। ਉਹ ਕਹਿੰਦਾ ਸੀ ਕਿ ਇਹ ਸਭ ਕੁਝ ਤੁਹਾਨੂੰ ਫ੍ਰੀ ਵਿੱਚ ਦਿੱਤਾ ਗਿਆ ਆ ਤੇ ਤੁਸੀਂ ਫ੍ਰੀ ਵਿੱਚ ਦੇਣਾ ਆ। ਹਾਲੇਲੂਇਆ। ਪਰ ਉਹਨਾਂ ਨੇ ਇਹ ਨਹੀਂ ਜਾਣਿਆ, ਉਹ ਵਿਗੜੀ ਬੁੱਧ ਵਾਲਿਆਂ ਨੇ ਕੀ ਸੋਚਿਆ ਕਿ ਅਸੀਂ ਇਸ ਜਗਤ ਦੇ ਉੱਤੇ ਧਨ ਇਕੱਠਾ ਕਰੀਏ, ਪਰ ਉਹਨਾਂ ਨੇ ਇਹ ਨਹੀਂ ਜਾਣਿਆ ਕਿ ਜਦ ਅਸੀਂ ਇਸ ਸੰਸਾਰ ਵਿੱਚ ਆਏ ਸੀ ਅਸੀਂ ਉਦੋਂ ਕਿਹੜਾ ਧਨ ਲੈ ਕੇ ਆਏ ਸੀ। ਅਸੀਂ ਬਿਨਾਂ ਧਨ ਤੋਂ ਵੀ ਅੱਜ ਤੱਕ ਪੈਦਾ ਕੀਤੇ ਗਏ, ਅਸੀਂ ਸੰਭਾਲੇ ਗਏ, ਅਸੀਂ ਪਾਲਣਾ ਪੋਸ਼ਣਾ ਸਾਡੀ ਕੀਤੀ ਗਈ, ਅਸੀਂ ਚੱਲਦੇ ਫਿਰਦੇ ਹੈਲਦੀ ਔਰ ਇੰਨੇ ਵੱਡੇ ਹੋ ਗਏ। ਉਸ ਬਿਨਾਂ ਧਨ ਵਾਲੇ ਇਨਸਾਨ ਨੂੰ ਪਰਮੇਸ਼ਰ ਨੇ ਇੰਨਾ ਬਲੈਸ ਕੀਤਾ ਜਿਹੜਾ ਖਾਲੀ ਹੱਥੀ ਆਇਆ ਸੀਗਾ। ਔਰ ਕੀ ਕਹਿੰਦੇ ਕਿ ਉਹਨੇ ਜਾਣਾ ਵੀ ਖਾਲੀ ਹੱਥੀ ਹੈ। ਸਭ ਕੁਝ ਧਨ ਦੌਲਤ ਇਹ ਸਭ ਕੁਝ ਜੋ ਅਸੀਂ ਇਕੱਠਾ ਕਰਨ ਦੀ ਦੌੜ ਵਿੱਚ ਲੱਗੇ, ਸਭ ਕੁਝ ਇੱਥੇ ਹੀ ਰਹਿ ਜਾਣਾ ਆ। ਸਭ ਤੋਂ ਵੱਡੀ ਕਮਾਈ ਭਗਤੀ ਆ ਤੇ ਕੋਸ਼ਿਸ਼ ਕਰੋ ਕਿ ਭਗਤੀ ਕਰੋ ਔਰ ਭਗਤੀ ਵਿੱਚ ਲੱਗੇ ਰਹੋ, ਕਿਉਂਕਿ ਉਹ ਨਾ ਤਾਂ ਤੁਹਾਡੇ ਤੋਂ ਕੋਈ ਚੁਰਾ ਸਕਦਾ ਆ, ਨਾ ਉਹ ਤੁਹਾਡੀ ਜ਼ਿੰਦਗੀ 'ਚ ਕਿਸੇ ਤਰ੍ਹਾਂ ਦਾ ਨੁਕਸਾਨ ਕਰ ਸਕਦੀ, ਬਲਕਿ ਤੁਹਾਨੂੰ ਆਤਮਿਕ ਲੈਵਲ ਵਿੱਚ ਵਧਾ ਸਕਦੀ ਆ। ਇਸ ਲਈ ਪਰਮੇਸ਼ਰ ਦੇ ਵਚਨਾਂ ਨੂੰ ਤੋੜਨ ਮਰੋੜਨ ਔਰ ਹੇਰ ਫੇਰ ਕਰਨ ਵਾਲਿਆਂ ਤੋਂ ਬਚੋ। ਉਹਨਾਂ ਦੀ ਬੁੱਧ, ਉਹਨਾਂ ਦੀ ਵਿਗੜੀ ਹੋਈ ਨੂੰ ਸਮਝ ਨੂੰ ਤੁਸੀਂ ਜਾਣੋ, ਕਿਉਂਕਿ ਪਰਮੇਸ਼ਰ ਦੇ ਵਚਨ ਸਾਨੂੰ ਕੀ ਦੱਸਦੇ ਆ ਕਿ ਚਾਹੇ ਕੋਈ ਵੀ ਪਰਮੇਸ਼ਰ ਦਾ ਦਾਸ ਆ ਜਾਂ ਪਰਮੇਸ਼ਰ ਦੀ ਕਲੀਸਿਆ ਆ, ਉਹ ਸਾਰੇ ਆਪਣੇ ਫਲਾਂ ਤੋਂ ਪਛਾਣੇ ਜਾਣਗੇ। ਚਾਹੇ ਕੋਈ ਦਰਖਤ ਆ, ਚਾਹੇ ਕੋਈ ਇਨਸਾਨ ਹੈ, ਆਪਣੇ ਫਲਾਂ ਤੋਂ ਪਛਾਣਿਆ ਜਾਂਦਾ। ਨਿੰਮ ਨੂੰ ਕੌੜੀਆਂ ਘਟੋਲੀਆਂ ਲੱਗਦੀਆਂ, ਉਹਨੂੰ ਕੋਈ ਵੀ ਨਹੀਂ ਖਾਂਦਾ। ਔਰ ਹੋਰ ਵੀ ਬਹੁਤ ਸਾਰੇ ਦਰਖਤ ਹੁੰਦੇ ਆ ਜਿਹੜੇ ਆਪਣੇ ਫਲਾਂ ਤੋਂ ਪਛਾਣੇ ਜਾਂਦੇ, ਜਿਨ੍ਹਾਂ ਦੇ ਫਲ ਹਰ ਕੋਈ ਖਾਂਦਾ। ਕਿ ਹਰ ਇੱਕ ਇਨਸਾਨ, ਹਰ ਇੱਕ ਦਰਖਤ, ਹਰ ਇੱਕ ਪਰਸਨ ਆਪਣੇ ਫਲਾਂ ਤੋਂ ਪਛਾਣਿਆ ਜਾਂਦਾ। ਇਸ ਲਈ ਉਹਦੇ ਫਲਾਂ ਦੀ ਪਹਿਚਾਣ ਕਰੋ ਕਿ ਉਹਦੇ ਕੋਲੇ ਕਿੱਦਾਂ ਦੇ ਫਲ ਆ, ਉਹ ਕਿੱਦਾਂ ਦਾ ਪ੍ਰਚਾਰ ਕਰਦਾ। ਪਰ ਵਚਨ ਸਾਨੂੰ ਅਸਲ ਵਿੱਚ ਕੀ ਕਹਿੰਦਾ ਆ। ਚਾਹੇ ਪਰਮੇਸ਼ਰ ਦਾ ਕੋਈ ਵੀ ਦਾਸ ਉਹ ਆਪਣੀ ਸਮਝ ਦੇ ਅਨੁਸਾਰ ਬੋਲ ਰਿਹਾ ਆ, ਤੁਸੀਂ ਆਪਣੀ ਸਮਝ ਦੇ ਅਨੁਸਾਰ ਦੇਖਣਾ ਕਿ ਵਚਨ ਸਾਨੂੰ ਕੀ ਦੱਸਦਾ ਆ। ਹਾਲੇਲੂਇਆ। ਵਚਨ ਨੂੰ ਕਦੇ ਵੀ ਤੋੜਨਾ ਮਰੋੜਨਾ ਨਹੀਂ। ਜੋ ਸਾਡੇ ਪਿਤਾ ਨੇ ਉਸ ਵਚਨ ਦੇ ਦੁਆਰਾ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ, ਉਸੇ ਨੂੰ ਦੱਸਣਾ ਆ, ਉਸੇ ਨੂੰ ਸਮਝਣਾ ਆ, ਉਸੇ ਨੂੰ ਫੈਲਾਉਣਾ ਆ। ਆਪਣੀ ਬੁੱਧ, ਆਪਣੀ ਵਿਗੜੀ ਹੋਈ ਬੁੱਧ ਨੂੰ ਉਹਦੇ ਵਿੱਚ ਸ਼ਾਮਿਲ ਨਹੀਂ ਕਰਨਾ। ਔਰ ਕਦੇ ਵੀ ਪਰਮੇਸ਼ਰ ਦੇ ਮਸਾਂ ਦੇ ਦੁਆਰਾ ਅਸੀਂ ਕਮਾਈ ਦਾ ਸਾਧਨ ਨਹੀਂ ਬਣਾਉਣਾ, ਕਿਉਂਕਿ ਪਰਮੇਸ਼ਰ ਦਾ ਲਹੂ ਵਿਕਾਊ ਨਹੀਂ ਹੈਗਾ। ਉਹਨੇ ਆਪਣੇ ਅਨਮੋਲ ਪੁੱਤਰ ਦੀ ਜ਼ਿੰਦਗੀ ਸਾਡੇ ਲਈ ਦਿੱਤੀ। ਉਹ ਚਾਹੁੰਦਾ ਤਾਂ ਸਾਡੇ ਲਈ ਲਹੂ ਖਰੀਦ ਸਕਦਾ ਸੀ, ਉਸ ਤੇਲ ਨੂੰ ਖਰੀਦ ਕੇ ਸਾਡੇ ਘਰਾਂ ਵਿੱਚ ਭੇਜ ਸਕਦਾ ਸੀ, ਪਰ ਉਹ ਖਰੀਦਣ ਵਾਲੀ ਚੀਜ਼ ਨਹੀਂ ਸੀਗੀ। ਇਸ ਲਈ ਉਹ ਖਰੀਦਣ ਵਾਲੀ ਚੀਜ਼ ਨਹੀਂ ਹੈਗੀ। ਉਹਨੂੰ ਜਾਣੋ, ਉਹਨੂੰ ਪਰਖੋ, ਉਹਨੂੰ ਸਮਝੋ ਔਰ ਪਰਮੇਸ਼ਰ ਦੇ ਭਵਨ ਵਿੱਚ ਜਾਓ ਔਰ ਆਪਣੇ ਗਲਤੀਆਂ ਗੁਨਾਹਾਂ ਦੀ ਮਾਫੀ ਮੰਗੋ ਜੇ ਅਸੀਂ ਖਰੀਦਿਆ ਹੈ ਤਾਂ। ਔਰ ਪਰਮੇਸ਼ਰ ਦੇ ਕੋਲੇ ਪ੍ਰਾਰਥਨਾ ਕਰੋ ਕਿ ਸਾਨੂੰ ਇੱਕ ਸੱਚੇ ਦਾਸ ਨਾ ਮਿਲਾਓ ਜਿਹਦੇ ਕੋਲੇ ਮਸਾ ਵਕਾਊ ਨਾ ਹੋਵੇ, ਬਲਕਿ ਫ੍ਰੀ ਵਿੱਚ ਦਿੱਤਾ ਔਰ ਫ੍ਰੀ ਵਿੱਚ ਪਾਇਆ ਜਾਵੇ। ਹਾਲੇਲੂਇਆ। ਫਲੋਰ ਦੀ ਕਲੀਸਿਆ ਵਾਸਤੇ ਇੱਕ ਜ਼ਰੂਰੀ ਨੋਟਿਸ ਹੈ ਕਿ 3 ਸਤੰਬਰ ਨੂੰ ਪਾਸਟਰ ਭੁਪਿੰਦਰ ਜੌਨ ਦਾ ਜੀਸਸ ਗ੍ਰੇਸ ਐਂਡ ਹੀਲਿੰਗ ਮਿਨਿਸਟਰੀ ਦੀ ਪੂਰੀ ਟੀਮ ਫਲੋਰ ਦੇ ਵਿੱਚ ਵਿਜ਼ਿਟ ਕਰ ਰਹੇ ਆ। ਜੋ ਵੀ ਫੈਮਲੀਜ਼ ਆਪਣੇ ਘਰ ਵਿੱਚ ਉਹਨਾਂ ਨੂੰ ਬੁਲਾ ਕੇ ਆਪਣੀ ਪ੍ਰੋਬਲਮਸ ਬਾਰੇ ਡਿਸਕਸ ਕਰਨਾ ਚਾਹੁੰਦੇ ਆ ਜਾਂ ਉਹਨਾਂ ਤੋਂ ਲੇ ਹੈਂਡ ਕਰਵਾਉਣਾ ਚਾਹੁੰਦੇ ਆ, ਘਰ ਦੀ ਬੰਦਗੀ ਕਰਵਾਉਣਾ ਚਾਹੁੰਦੇ ਆ, ਤੇ ਉਹ ਦਿੱਤੇ ਹੋਏ ਨੰਬਰਾਂ ਦੇ ਉੱਤੇ ਕਾਲ ਕਰਕੇ ਆਪਣੀ ਅਪਾਇੰਟਮੈਂਟ, ਆਪਣੇ ਐਡਰੈਸ ਨੂੰ ਕਨਫਰਮ ਕਰ ਸਕਦੇ ਆ। ਔਰ ਇਹ ਪ੍ਰੇਅਰ ਦੀ, ਲੇ ਹੈਂਡ ਪ੍ਰੇਅਰ ਦੀ, ਘਰ ਵਿੱਚ ਵਿਜ਼ਿਟ ਦੀ ਕੋਈ ਵੀ ਫੀਸ ਨਹੀਂ ਹੈਗੀ। ਇਹ ਸਭ ਕੁਝ ਫ੍ਰੀ ਆ। ਤੇ ਆਓ ਅੱਜ ਆਪਾਂ ਉਹਨਾਂ ਸਾਰੇ ਭ੍ਰਿਸ਼ਟ ਲੋਕਾਂ ਨੂੰ ਇਸ ਜਗਤ ਤੋਂ ਖਤਮ ਕਰਨ ਦੇ ਲਈ, ਉਹਨਾਂ ਦੀ ਬੁੱਧ ਨੂੰ ਨਾਸ਼ ਕਰਨ ਦੇ ਲਈ, ਅੱਜ ਸੱਚੇ ਦਾਸਾਂ ਨੂੰ ਪ੍ਰਭੂ ਦੇ ਨਾਮ ਵਿੱਚ ਪ੍ਰਗਟ ਕਰਨ ਦੇ ਲਈ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ।
हालेलुया 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 हालेलुया। महान पिता जी तुहाडा धन्नवाद 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 करदा प्रभु अज दी शाम लई पिता परमेश्वर जो तुसीं अपने बच्चों की जिंदगी विच लैके पिता परमेश्वर अज दी शाम पिता परमेश्वर इन्हां तुहाडे बच्चों की जिंदगी दे विच पिता परमेश्वर एक बहुत वधिया शाम बन जे पिता। अज जो वचन पिता तुहाडे बच्चे सुने पिता परमेश्वर इन्हां दे हिरदियां दे विच वस जावे पिता परमेश्वर और इस जिंदगी दे विच पिता जिस तरह तुसीं अपने वचन दे विच कहा कि बथेरे तुहाडे विच आउणगे जो अपने आप नूं परमेश्वर के समान ठहराउणगे, जो अपने आप नूं दसणगे कि मैनूं परमेश्वर ने भेजिया वा, मैं परमेश्वर दे वल्लों आ। पर पिता तुसीं अपने वचन दे विच कहा कि पारन वाले बघियाड़ की तरह होंगे प्रभु। इन्हां अपने बच्चों को ब्लेस करो पिता परमेश्वर तां जो पिता अंत के दिनों में पिता जो टाइम आ चुका प्रभु ये पहचान लें पिता परमेश्वर फील कर पिता परमेश्वर इस वचन और तुहाडे वचन के द्वारा पिता तुहाडे सामने खलोण दे लायक हो जाण पिता। जिन्ना भी तैयार दी शक्तियां पिता परमेश्वर इन्हां तुहाडे वचनों तो दूर कर दियां पिता परमेश्वर और इन्होंने गलत रास्ते पर लेके जाने की कोशिश करती हैं पिता। अज सारिया पावर यीशु नासरी को बच्चों जिंदगी दसो आ जान पिता परमेश्वर हमेशा लिए खत्म हो जान पिता। पूरे घरों पिता पूरे परिवार प्रभु अपने जिंदा लहू के ब्लैस करो पिता। इन्होंने साथ करो चंगी करो मेरे प्रभु तां पिता परमेश्वर तुम्हारे बच्चे तुहाडे नाम विच वधन ते तरक्की करन पिता। प्रार्थना करदा प्रभु यीशु अज का वचन पिता परमेश्वर एक दो धारी तलवार की तरह पिता इन्हां दी जिंदगी दे विच उठण वाली हर शैतान दी जो इन्हां नूं पाड़ देवे पिता परमेश्वर उन्हें चीर देवे पिता परमेश्वर और तुहाडे बच्चे प्रभु हर घड़ी हर पल ते हर समय तुहाडे नां दी महिमा तुहाडे नां दी जय जयकार करन वाले बन जाण पिता परमेश्वर और पहचान लैण पिता परमेश्वर कि तुसीं भी साडे सच्चे ते जिउंदे परमेश्वर हो प्रभु। तुसीं उदार करता प्रभु तुसीं चंगा करन वाले प्रभु तुसीं साथ करन वाले प्रभु। अज मैं तुहाडे सामर्थी नां दे विच पिता तुहाडे दित्ते अधिकार दे नाल और मैं तुहाडे बच्चों को ब्लेस करदा पिता परमेश्वर जिन्हां दी बॉडी दे विच किसी प्रकार की कोई गंदी शक्ति गंदी आत्मा या कोई बीमारी अपना कराया करती है यीशु नासरी तुहाडे सामर्थी नाल हमेशा हमेशा लिए दफा हो जावे। हालेलुया साथ करो पिता परमेश्वर खास करके प्रार्थना करदा प्रभु मैं थोड़े बच्चों ने पिता परमेश्वर जिन्हों के शरीर के किसी प्रकार की कोई एलर्जी आ और पिता परमेश्वर उन्हें थोड़े बच्चों को ब्लेस करदा पिता उन्हें तो रहम करो दया करो पिता परमेश्वर उन्होंने बीमारियों चंगे करो पिता परमेश्वर और प्रार्थना करदा प्रभु यीशु मैं खास करके पिता डंगरों वास्ते पिता परमेश्वर जो पिता एक बहुत बड़ी आफत पिता परमेश्वर डंगर जाति की त्याई है पिता परमेश्वर उन्हें प्रभु जिन्होंने बहुत ही भयानक बीमारी पिता परमेश्वर जो किसी प्रकार की एलर्जी है पिता परमेश्वर उन्होंने बॉडिया के पिता उन्होंने शरीर के पिता अज थोड़े चिंता नवरे च ब्लेस करता साल करता प्रभु यीशु राजा उन्होंने साथ करो चंगे करो पिता परमेश्वर तां जो पिता उन्होंने जो भी मन जाते पिता परमेश्वर किसी तरह पिता जो उन्होंने दुध पी के बीमार होते हैं पिता तो सामर्थ्य नाल चंगे हो जाना साथ हो जान पिता परमेश्वर अपने बच्चों की मदद करो सहायता करो पिता परमेश्वर और पूरे वातावरण ब्लेस करो पिता परमेश्वर एक एक रहम करना दया करना पिता परमेश्वर साथ पिता परमेश्वर डंगर की जाति उत्ते पिता परमेश्वर मैं थोड़ी आशीष थोड़ी दया चाहना पिता परमेश्वर हर कड़ी हर पल हर समय पिता परमेश्वर इन्हों को दया करना रहम करना प्रभु तां जो पिता तुहाडे बच्चे पिता परमेश्वर जिन्होंने पिता तुसीं संसार दे विच भेजिया पिता परमेश्वर और किसी भी तरह पिता इन्हां बीमारियां दी हादसे विच ना आउण मेरे पिता परमेश्वर और पूरे वातावरण को शुद्ध करो मेरे प्रभु रहम करना दया करना तुहाडे दास दा प्रार्थना करना पिता आशीष ते बरकत दा कारण बने तुहाडे सामर्थ्य नाल मंगदा आमीन आमीन।